अमलीक लाल हे रतन सुनत कमावत होत उधार आप तरੈ लुक है निस्तार। तीन हिस्सिਆਂ ਵਿੱਚ ਗੱਜ ਕੇ ਬੋਲਿਓ ਭਾਈ। ਪਹਿਲੇ ਦਾਸ ਬੋਲੇਗਾ, ਫਿਰ ਸਾਰੇ ਭਾਈ ਬੋਲਿਓ। ਤੀਜੇ ਹਿੱਸੇ ਵਿੱਚ ਸਭ ਬੀਬੀਆਂ ਭੈਣਾਂ ਵੀ ਗੱਜ ਵੱਜ ਕੇ ਗੂੰਜਾਂ ਪਾ ਦਿਓ। ਹੀਰੇ ਲਾਲ ਬਚਨ ਸਾਧੂ ਸੰਤਾਂ ਦੇ ਸੁਣ ਲੋ ਵੱਡੇ ਭਾਗਾਂ ਵਾਲਿਓ। ਲਾਲ ਬਚਨ ਸਾਧੂ ਸੰਤਾਂ ਦੇ ਸੁਣ ਲੋ ਵੱਡੇ ਭਾਗਾਂ ਵਾਲਿਓ। ਗੱਜ ਕੇ ਲਾਲ ਬਚਨ ਸਾਧੂ ਬਚਨ ਸਾਧੂ ਸੰਤਾਂ ਦੇ ਸੁਣ ਲੋ ਵੱਡੇ ਭਾਗਾਂ ਵਾਲਿਓ। ਲਾਲ ਬਚਨ ਸਾਧੂ ਸੰਤਾਂ ਦੇ ਸੁਣ ਲੋ ਵੱਡੇ ਭਾਗਾਂ ਵਾਲਿਓ। ਵੱਡੇ ਜੀ ਭਾਗਾਂ ਵਾਲਿਓ, ਸੁਣ ਲੋ ਵੱਡੇ ਜੀ ਕਰਮਾਂ ਵਾਲਿਓ। ਸੁਣ ਲੋ ਵੱਡੇ ਜੀ ਕਰਮਾਂ ਵਾਲਿਓ, ਸੁਣ ਲੋ ਵੱਡਿਆਂ ਭਾਗਾਂ ਵਾਲਿਓ। ਲਾਲ ਬਚਨ ਸਾਧੂ ਸੰਤਾਂ ਦੇ ਬਚਨ ਹੁੰਦੇ ਸੰਤਾਂ ਦੇ ਸੁਣ ਲੋ ਵੱਡੇ ਕਰਮਾਂ ਵਾਲਿਓ। ਲਾਲ ਬਚਨ ਸਾਧੂ ਸੁਣ ਲੋ ਵੱਡੇ ਭਾਗਾਂ ਵਾਲਿਓ। समस्त लोक साध के बचन मलीक लाल हे रतन सुनत कमावत होत उधार आप तरੈ लुक है निस्तार। ਫਿਰ ਉਹ ਨਾਮ ਦੀ ਕਣੀ ਉਹ ਬਖਸ਼ਿਸ਼ ਲੈ ਕੇ ਗੁਰੂ ਨਾਨਕ ਦੇ ਦਰ ਘਰ ਤੋਂ ਵਰਦੇ ਹਨ। ਜਦੋਂ ਭਾਵ ਉਹ ਨਾਮ ਦੀ ਵਰਖਾ ਕਰਦੇ ਹਨ, ਕਿਉਂਕਿ ਗੁਰਸਿੱਖ ਦਾ ਸੁਭਾਅ ਉਹ ਪਰਉਪਕਾਰੀ ਹੁੰਦਾ ਹੈ। ਜਿਵੇਂ ਭਾਈ ਕਨ੍ਹਈਆ ਜੀ ਦਾ ਸੁਭਾਅ ਸੀ, ਉਹ ਬਣ ਗਿਆ ਸੀ। ਉਹਨਾਂ ਨੇ ਨਾਮ ਹਿਰਦੇ ਦੇ ਅੰਦਰ ਵਸਾ ਲਿਆ ਸੀ।
ਗੁਰੂ ਨਾਨਕ ਦੇ ਦਰ ਘਰ ਦੀ ਮਹਿਮਾ ਸੁਣੀ, ਦਸ਼ਮੇਸ਼ ਪਾਤਸ਼ਾਹ ਦੇ ਘਰ ਦੀ ਮਹਿਮਾ ਸੁਣੀ, ਤੇ ਉਹ ਤਾਂ ਸਾਰਿਆਂ ਨੂੰ ਹੀ ਫਿਰ ਉੱਥੇ ਜਲ ਛਕਾਈ ਗਏ। ਉੱਥੇ ਚਾਹੇ ਉਹ ਮੁਗਲ ਫੌਜਾਂ ਪਹਾੜੀ ਰਾਜੇ ਚੜ੍ਹ ਕੇ ਆਏ ਮੈਦਾਨੇ ਜੰਗ ਦੇ ਅੰਦਰ, ਹਰ ਇੱਕ ਦੇ ਮੁਖ ਦੇ ਵਿੱਚ ਉਹ ਜਲ ਪਾਉਂਦੇ ਸਨ, ਕਿਉਂਕਿ ਸਮ ਦ੍ਰਿਸ਼ਟੀ ਹੋ ਜਾਂਦੀ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਾਹੀ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਅਵਲ ਅੱਲਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰੀ ਖਲਕਤ ਦੇ ਵਿੱਚ ਹੀ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੀ ਉਹ ਜੋਤ ਦੇਖਦੇ ਹਨ। ਉਹਨਾਂ ਦਾ ਸੁਭਾਅ ਫਿਰ ਕੀ ਆ, ਪਰਉਪਕਾਰੀ ਹੋ ਜਾਂਦਾ ਹੈ। ਤਦੇ ਕਿਹਾ ਨਾ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਉ ਲੈਣ ਮਿਲਾਏ। ਦੇਖੋ ਨਾ, ਆ ਪਿੱਛੇ ਜੇ ਆਪਣੇ ਹੜ੍ਹ ਆਏ, ਕਿੰਨੇ ਹੀ ਗੁਰਮੁਖ ਪਿਆਰਿਆਂ ਨੇ, ਗੁਰਸਿੱਖਾਂ ਨੇ, ਸਾਬਰ ਸੂਰਤਾਂ ਨੇ, ਗੁਰੂ ਕੀਆਂ ਫੌਜਾਂ ਨੇ ਲੰਗਰ ਲਗਾਇਆ। ਫਿਰ ਆ ਕਰੋਨਾ ਦੀ ਮਹਾਮਾਰੀ ਚੱਲੀ ਹੈ, ਘਰ ਘਰ ਤੱਕ ਰਾਸ਼ਨ ਪਹੁੰਚਾਇਆ, ਚਾਹੇ ਉਹ ਖਾਲਸਾ ਏਡ ਵਾਲੇ ਹੋਣ ਜਾਂ ਹੋਰ ਸਿੱਖ ਸੰਸਥਾਵਾਂ ਹੋਣ। ਇਹ ਗੁਰੂ ਨਾਨਕ ਦੀ ਚਲਾਈ ਹੋਈ ਪ੍ਰਪਾਟੀ ਗੁਰੂ ਕਾ ਲੰਗਰ ਕਿੱਥੇ ਤੱਕ ਧੁੰਮਾਂ ਪੈ ਗਈਆਂ, ਵਰਲਡ ਦੇ ਵਿੱਚ ਸਾਰੇ ਜੈ ਜੈਕਾਰ ਹੋ ਗਈ। ਉਹਨਾਂ ਨੇ ਸੁਣਿਆ ਜਿਨ੍ਹਾਂ ਨੇ, ਉਹਨਾਂ ਦੇ ਫਿਰ ਰਹਿਮਤ ਵਰਤਦੀ ਹੈ। ਸੋ ਇਸ ਕਰਕੇ ਪਿਆਰਿਓ ਧਿਆਨ ਦਿਓ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਗਤ ਜਲੰਦੇ ਦੀ ਸਾਰ ਕਰਦੇ ਕਰਦੇ, ਦੁਨੀਆ ਨੂੰ ਤਾਰਦੇ ਹੋਏ, ਆਪਣੇ ਪਵਿੱਤਰ ਚਰਨ ਕਮਲ ਧਰਤੀ ਦੇ ਉੱਪਰ ਰੱਖਦੇ ਹੋਏ, ਜਰੇ ਜਰੇ ਨੂੰ ਪਵਿੱਤਰ ਕਰਦੇ, ਭਾਈ ਬਾਲਾ ਤੇ ਮਰਦਾਨਾ ਜੀ ਆਪ ਜੀ ਦੇ ਨਾਲ ਹਨ। ਇੱਕ ਨਗਰ ਦੇ ਵਿੱਚ ਪਹੁੰਚਦੇ ਨੇ। ਉਹ ਨਗਰ ਕੈਸਾ ਹੈ? ਉਹ ਨਗਰ ਸਾਰਾ ਹੀ ਬ੍ਰਹਮ ਗਿਆਨੀਆਂ ਦਾ। ਜਿਹੜੇ ਘਰ ਦਾ ਮਰਜ਼ੀ ਦਰਵਾਜ਼ਾ ਖੜਕਾ ਦਿਓ, ਉੱਥੇ ਘਰ ਹੀ ਬ੍ਰਹਮ ਗਿਆਨੀ। ਹੁਣ ਬ੍ਰਹਮ ਗਿਆਨੀ ਕਹਿੰਦੇ ਕਿਹਨੂੰ ਨੇ? 8ਵੀਂ ਅਸ਼ਟਪਦੀ ਦੇ ਵਿੱਚ ਸ਼ਲੋਕ ਵੀ ਸ਼ੁਰੂ ਹੁੰਦਾ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਸ਼ੁਰੂ ਹੁੰਦੀ ਹੈ, ਬ੍ਰਹਮ ਗਿਆਨੀ ਸਧਾਰਨ ਲੇਪ, ਜੈਸੇ ਜਲ ਮੈਂ ਕਮਲ ਅਲੇਪ। ਐਸਾ ਹੈ ਬ੍ਰਹਮ ਗਿਆਨੀ, ਸੰਸਾਰ ਦੇ ਉੱਪਰ ਰਹਿੰਦਾ ਪਰ ਉਹ ਨਿਰਲੇਪ ਹੁੰਦਾ, ਚਾਹੇ ਗ੍ਰਸਤੀ ਵੀ ਕਿਉਂ ਨਾ ਹੋਵੇ, ਧੀਆਂ ਪੁੱਤਰਾਂ ਵਾਲਾ ਵੀ ਕਿਉਂ ਨਾ ਹੋਵੇ। ਜ਼ਰੂਰੀ ਨਹੀਂ ਹੁੰਦਾ ਕਿ ਬ੍ਰਹਮ ਗਿਆਨੀ ਦਾ ਮੁੰਡਾ ਕੁੜੀ ਬ੍ਰਹਮ ਗਿਆਨੀ ਹੀ ਹੋਣਗੇ। ਗੁਰੂ ਸਾਹਿਬਾਨਾਂ ਦੇ ਇਤਿਹਾਸ ਵੱਲ ਨਿਗਾਹ ਮਾਰੀਏ ਕਿ ਪ੍ਰਿਥੀ ਚੰਦ ਗੁਰਤਾ ਗੱਦੀ ਤੇ ਕਾਬਲ ਹੋਣ ਦੇ ਸਮਰੱਥ ਸੀ। ਇੱਥੇ ਤਾਂ ਗੁਰੂ ਦੇ ਘਰ ਦੀ ਮਰਿਆਦਾ ਹੈ ਕਿ ਸੇਵਕ ਕਉ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਜਿਸ ਦੇ ਉੱਪਰ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ, ਸੇਵਾ ਉਸ ਤੋਂ ਲੈ ਹੀ ਲੈਣੀ ਹੈ। ਹੁਣ ਐਸੇ ਸਥਾਨ 'ਤੇ ਹੀ ਦੇਖ ਲਓ, ਪਹਿਲਾਂ ਜਿਹੜੇ ਬਹੁਤ ਸਮਿਆਂ ਤੋਂ ਰਹਿੰਦੇ ਹੋਣਗੇ, ਇੱਥੋਂ ਪੜ੍ਹਨ ਜਾਂਦੇ ਆ, ਇਸ ਜਗ੍ਹਾ 'ਤੇ ਮੁਰਗੀ ਖਾਨਾ ਹੁੰਦਾ ਸੀ, ਪੋਲਟਰੀ ਫਾਰਮ ਹੈ ਜਿਹੜਾ ਬਣਿਆ ਹੋਇਆ, ਆਪਾਂ ਬੈਠਦੇ ਹਾਂ ਇੱਥੇ, ਜਗ੍ਹਾ ਬਣੀ ਹੋਣੀ। ਇੱਥੋਂ ਲੰਘ ਕੇ ਅਸੀਂ ਵਿੱਚ ਸਕੂਲ ਇੱਥੋਂ ਪੜ੍ਹਨ ਜਾਂਦੇ ਹੁੰਦੇ, ਪੱਗ ਡੰਡੀ ਬਣੀ ਹੋਣੀ। ਇਹ 2 ਕੀ ਘਰ ਹੁੰਦੇ ਸੀ, ਇੱਥੇ ਸਭ ਕੱਚੇ। ਇੱਥੇ ਮੁਰਗੀਆਂ ਦੀ ਖਾਦ ਹੋਣੀ, ਬਹੁਤ ਸਮੈਲ ਵੀ ਮਾਰਨੀ। ਫਿਰ ਉਹ ਬੰਦ ਵੀ ਰਿਹਾ ਬਹੁਤ ਚਿਰ। ਇੱਥੇ ਮੁਰਗੀਆਂ, ਜਿਵੇਂ ਬੱਚਿਆਂ ਨੂੰ ਆਦਤ, ਸਾਨੂੰ ਛੋਟਿਆਂ ਨੂੰ, ਅਸੀਂ ਜਾਲੀਆਂ 'ਚ ਖੜ੍ਹ ਕੇ ਉਹ ਚੂਚੇ ਜੇ ਦੇਖਣੇ, ਉਹਨਾਂ ਦੇ ਬਹੁਤ ਰੱਖੇ ਹੁੰਦੇ ਸੀ। ਸਮਾਂ ਪਿਆ,
ਸੇਵਕ ਕਉ ਸੇਵਾ ਬਣਾਈ। ਜਿਸ ਤੋਂ ਵਾਹਿਗੁਰੂ ਨੇ ਸੇਵਾ ਲੈਣੀ ਹੈ, ਪਰਮਾਤਮਾ ਨੇ, ਉਹ ਸਾਹਮਣੇ ਹੀ ਹੈ। ਆਪਣੇ ਪ੍ਰਧਾਨ ਸਾਹਿਬ ਕਲਸੀ ਬਲਵੀਰ ਸਿੰਘ ਜੀ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਸਥਾਨ ਬਣ ਗਿਆ, ਸੰਗਤਾਂ ਜੁੜਦੀਆਂ ਨੇ, ਬੱਚੇ ਰੋਜ਼ ਕੀਰਤਨ ਕਰਦੇ ਨੇ, ਸ਼ਾਮ ਨੂੰ ਗੁਰੂ ਸਾਹਿਬ ਦਰਸ਼ਨ ਦਿਦਾਰੇ ਬਖਸ਼ਦੇ ਨੇ। ਹੋਰ ਅਭਲਾਖੀਆਂ ਨੇ ਆ ਕੇ ਸੇਵਾ ਕਰਦੇ ਨੇ, ਬੀਬੀਆਂ ਭੈਣਾਂ ਲੰਗਰ 'ਚ ਇੱਕ ਤਨ ਮਨ ਧਨ ਦੇ ਨਾਲ ਸੇਵਾ ਕਰਦੀਆਂ ਨੇ। ਸਹਿਜ ਪਾਠਾਂ ਦੀ ਲੜੀ ਚੱਲਦੀ ਹੈ, ਗੁਰੂ ਕੇ ਲੰਗਰ ਦੀ ਮਰਿਆਦਾ ਅਨੁਸਾਰ ਚੱਲਦੇ ਹਨ। ਆਪਾਂ ਹਫ਼ਤਾਵਾਰੀ ਬੈਠ ਕਰਕੇ ਸਾਰੇ ਹੀ ਇੱਥੇ ਹਾਜ਼ਰੀ ਭਰਦੇ ਹਨ। ਇਹ ਸੇਵਕ ਕਉ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਕੋਈ ਵੀ ਸੇਵਾ ਹੋਵੇ, ਕਿਸੇ ਤੋਂ ਲੰਗਰਾਂ ਦੀ ਸੇਵਾ ਲੈ ਸਕਦੇ ਨੇ। ਕਈ ਜੋੜੇ ਘਰਾਂ ਦੇ ਵਿੱਚ ਬੜੇ ਤਤਪਰ ਹੋ ਕੇ ਸੇਵਾ ਕਰਦੇ ਨੇ, ਦਿਨ ਰਾਤ ਕਰਦੇ ਨੇ ਜੋੜਿਆਂ ਦੀ ਸੇਵਾ। ਜ਼ਰੂਰੀ ਨਹੀਂ ਕਿ ਇਕੱਲੇ ਕੀਰਤਨ ਦੀ ਸੇਵਾ ਹੀ ਹੋਵੇ। ਕਈ ਸਾਈਕਲਾਂ ਦੇ ਵਿੱਚ, ਮੋਟਰਾਂ ਦੇ ਵਿੱਚ, ਉੱਥੇ ਵੀ ਜੀਵਾ ਸੇਵਾ ਕਰਦੇ ਨੇ। ਪਰਚੀਆਂ ਲਾਉਣ ਦੀ ਸੇਵਾ ਬੜੇ ਸੁਚੱਜੇ ਢੰਗ ਨਾਲ ਖੜਾਉਂਦੇ ਨੇ। ਉੱਥੇ ਜਲ ਦੀ ਸੇਵਾ ਹੁੰਦੀ ਹੈ, ਪੱਖੇ ਦੀ ਸੇਵਾ ਹੁੰਦੀ ਹੈ। ਇਹ ਤਾਂ ਜਿਹਦੇ ਤੇ ਗੁਰੂ ਸਾਹਿਬ ਕਿਰਪਾ ਕਰ ਦੇਣ, ਕਿਉਂਕਿ ਸੇਵਕ ਨੂੰ ਤਾਂ ਸੇਵਾ ਹੀ ਬਣ ਆਉਂਦੀ ਹੈ ਭਾਈ। ਇਸ ਕਰਕੇ ਉਹ ਜਿਹੜਾ ਪਿੰਡ ਸੀ, ਉੱਥੇ ਸਾਰੇ ਹੀ ਬ੍ਰਹਮ ਗਿਆਨੀ। ਉੱਥੇ ਦਾ ਇੱਕ ਰਾਜਾ ਸੀ, ਉਹਨੂੰ ਕੋਈ ਐਸਾ ਰੋਗ ਲੱਗਿਆ ਹੋਇਆ, ਆਦ ਵਿਆਦ ਉਪਾਦ ਦੇ 3 ਰੋਗ ਕੋਈ ਲੱਗਿਆ ਹੋਇਆ, ਜਿਹਦਾ ਵੈਦਾਂ ਹਕੀਮਾਂ ਪਾਸੋਂ ਇਲਾਜ ਕਰਾਇਆ। ਡਾਕਟਰਾਂ ਨੇ ਜਵਾਬ ਦੇ ਦਿੱਤਾ, ਵੈਦਾਂ ਨੇ, ਹਕੀਮਾਂ ਨੇ। ਪਰ ਉਹ ਰਾਜਾ ਹੈ ਬੜਾ ਨਿਆਈ ਸੀ, ਪਰਜਾ ਉਹ ਤੋਂ ਬੜੀ ਖੁਸ਼ ਸੀ, ਤੰਗ ਨਹੀਂ ਸੀ। ਸਾਰੇ ਹੀ ਦੁਆ ਕਰਦੇ ਸਨ ਵਾਹਿਗੁਰੂ ਦੇ, ਪਰਮਾਤਮਾ ਦੇ ਅੱਗੇ, ਆਪਣੇ ਭਗਵਾਨ ਦੇ ਅੱਗੇ ਵੀ ਰਾਜਾ ਕਿਵੇਂ ਨਾ ਕਿਵੇਂ ਬਚ ਜਾਵੇ, ਸਾਨੂੰ ਐਸਾ ਰਾਜਾ ਮਿਲਣਾ ਨਹੀਂ। ਹੁਣ ਨਾਨਕ ਨਿਰੰਕਾਰੀ ਜੋਤ ਜਿਹੜੀ ਸੀ, ਗੁਰੂ ਨਾਨਕ ਸਾਹਿਬ ਤਾਂ ਦੁਨੀਆ ਦੇ ਦੁੱਖ ਸੁਣਨ ਵਾਸਤੇ ਆਏ ਸੀ, ਤੇ ਉਹਦਾ ਦੁੱਖਾਂ ਨੂੰ ਹਰਨ ਕਰਨ ਵਾਸਤੇ ਮਾਤਲੋਕ ਦੇ ਵਿੱਚ ਆਏ ਸਨ। ਤੇ ਭੁੱਲੇ ਭਟਕੇ ਜੀਵਾਂ ਨੂੰ ਸੱਚ ਦੇ ਮਾਰਗ ਤੇ ਲਿਆਣ ਕੇ ਖੜਾ ਕੀਤਾ ਸੀ। ਇਹ ਰਹਿਦਾ ਗੱਲ ਹੈ ਕਿ ਹੁਣ ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਛੱਡ ਦਿੱਤਾ, ਉਹਦੇ 'ਤੇ ਪਹਿਰਾ ਦੇਣਾ ਬੜੀ ਦੂਰ ਦੀ ਗੱਲ ਹੈ। ਮਨ 'ਚ ਵਸਾਉਂਦੇ ਨਹੀਂ, ਔਖਾ ਹੈ ਵੈਸੇ। ਜਿਨ੍ਹਾਂ ਨੇ ਵਸਾਇਆ, ਫਿਰ ਉਹਨਾਂ ਦੇ ਭਵਜਲ ਸਾਗਰ 'ਚੋਂ ਬੇੜੇ ਵੀ ਭਾਈ ਪਾਰ ਹੋ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਉਸ ਨਗਰ ਦੇ ਵਿੱਚ ਪਹੁੰਚਦੇ ਹਨ। ਆਪ ਬਾਹਰ ਨਗਰ ਤੋਂ ਟਿਕਾਣਾ ਕਰਦੇ ਨੇ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਰਵਾਬ ਦੀ ਤਾਰ ਛੇੜ ਕੇ ਨਗਰ ਦੇ ਵਿੱਚ ਭੇਜਿਆ। ਸਤਿਗੁਰਾਂ ਦਾ ਹੁਕਮ ਮੰਨ ਕੇ, ਬਚਨ ਮੰਨ ਕੇ ਭਾਈ ਮਰਦਾਨੇ ਨੇ ਨਗਰ ਦੇ ਵਿੱਚ ਚਾਲੇ ਪਾਤੇ। ਨਾਲੇ ਤਾਂ ਰਵਾਬ ਦੀ ਤਾਰ ਛੇੜੀ ਹੈ, ਨਾਲੇ ਆਪਣੇ ਮੁਖਾਰ ਬਿੰਦ ਤੋਂ ਬੜੀ ਸੁਰੀਲੀ ਤੇ ਉੱਚੀ ਆਵਾਜ਼ ਦੇ ਵਿੱਚ ਉਸ ਨਗਰ ਪਿੰਡ ਦੇ ਵਿੱਚ ਜਾ ਕੇ ਇਉਂ ਹੋਕਾ ਵੀ ਦਿੱਤਾ ਇੱਕ ਭਾਈ, ਉਹ ਆ ਗਿਆ ਬਾਬਾ ਵੈਦ ਰੋਗੀਆਂ ਦਾ, ਆ ਗਿਆ ਬਾਬਾ ਵੈਦ ਰੋਗੀਆਂ ਦਾ। Thank you.
ਵੈਦ ਰੋਗੀਆਂ ਮਾਗਿਆ ਬਾਬਾ ਵੈਦ ਰੋਗੀਆਂ ਦਾ। ਇਉਂ ਜਦੋਂ ਹੋਕਾ ਦਿੱਤਾ, ਹੁਣ ਨਗਰ ਦੇ ਵਿੱਚ ਜਿਹੜੇ ਦਰਵਾਜ਼ੇ ਬਣੇ ਸੀ ਪਹਿਲੇ ਹੁਣ ਤੱਕ ਹੀ ਕੁਝ ਸਮਾਂ ਹੋਇਆ ਹੈ ਬੰਦ ਹੋ ਗਿਆ, ਤਾਂ ਉਹਨਾਂ ਨੇ ਉੱਥੇ ਬੈਠ ਕੇ ਜਦੋਂ ਸੁਣਿਆ ਆਵਾਜ਼ ਮਾਰੀ, ਗੁਰਮੁਖਾ ਤੂੰ ਕੌਣ ਹੈ, ਕਿੱਥੋਂ ਆਇਆ ਹੈ? ਮੇਰਾ ਨਾਮ ਮਰਦਾਨਾ ਹੈ, ਇਹ ਹੋਕਾ ਦੇ ਰਹਾ ਹੈ ਵੈਦ ਰੋਗੀਆਂ ਦਾ। ਕੌਣ ਹੈ ਉਹ ਬਾਬਾ? ਹੁਣ ਭੇਜਿਆ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਧਾਰ ਕਰਨ ਵਾਸਤੇ ਹੀ ਸੀ। ਕਹਿਣ ਲੱਗੇ ਮੇਰਾ ਨਾਮ ਹੈ ਮਰਦਾਨਾ, ਮੇਰਾ ਇੱਕ ਸਾਥੀ ਹੈ ਭਾਈ ਬਾਲਾ, ਅਸੀਂ ਨਾਨਕ ਨਿਰੰਕਾਰੀ ਦੇ ਨਾਲ ਰਹਿੰਦੇ ਹਾਂ। ਉਹ ਦੁਨੀਆ ਨੂੰ ਤਾਰਨ ਵਾਸਤੇ ਆਪ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨਾਨਕ ਦੇ ਰੂਪ ਵਿੱਚ ਇਸ ਮਾਤ ਲੋਕ ਦੇ ਵਿੱਚ ਆਏ ਹੋਏ ਹਨ। ਉਹ ਵੈਦ ਨੇ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਉਹ ਖੁਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਇਹ ਰੋਗ ਸਰੀਰਕ ਰੋਗ ਕਿੱਥੇ, ਉਹ ਤਾਂ ਜਮਾਂ ਦੀਆਂ ਫਾਈਆਂ ਵੀ ਕੱਟ ਦਿੰਦਾ ਹੈ। ਕਹਿਣ ਲੱਗੇ ਸਾਡਾ ਰਾਜਾ ਇਸ ਨਗਰ ਦਾ ਬੜਾ ਧਰਮੀ ਹੈ, ਪਰਜਾ ਪਾਲਕ ਹੈ, ਪਰਜਾ ਉਸਦੇ ਰਾਜ ਤੋਂ ਬੜੀ ਸੁਖੀ ਹੈ, ਪਰ ਉਸ ਨੂੰ ਬਹੁਤ ਭਿਆਨਕ ਰੋਗ ਲੱਗਿਆ। ਬੜਾ ਦਵਾਈ ਬੂਟੀ ਅਸੀਂ ਕਰਾਈ ਆ, ਵੈਦਾਂ ਹਕੀਮਾਂ ਡਾਕਟਰਾਂ ਪਾਸੋਂ, ਸਭ ਨੇ ਜਵਾਬ ਦੇ ਦਿੱਤਾ ਕਿ ਉਸ ਦਾ ਇਲਾਜ ਕਰ ਦੇਵੇਗਾ। ਉਹ ਕਹਿਣ ਲੱਗੇ ਉਹ ਸਾਰਿਆਂ ਦੇ ਹੀ ਕਰਨ ਦੇ ਸਮਰੱਥ ਹਨ, ਉਹਦੇ ਕੋਲ ਦਵਾ ਹੀ ਐਸੀ ਹੈ। ਆ ਬੇਨਤੀ ਕਰ ਲੋ, ਜਾ ਕੇ ਆ ਜਾਓ ਮੇਰੇ ਨਾਲ। ਸਾਥ ਲੈ ਲਏ ਉਹ ਪਤਵੰਤੇ ਸੱਜਣ ਪਿੰਡ ਦੇ, ਸਤਿਗੁਰਾਂ ਦੇ ਚਰਨਾਂ 'ਚ ਪਹੁੰਚੇ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੈਠੇ ਹਨ। ਮਰਦਾਨਿਆਂ ਸਾਰਾ ਨਗਰ ਹੀ ਪਿੱਛੇ ਲਾਈ ਆਉਣਾ, ਆਪ ਹੀ ਬੇਨਤੀ ਕਰ ਲੋ। ਬੇਨਤੀ ਕੀਤੀ ਉਹਨਾਂ ਨੇ, ਨਗਰ ਵਾਲਿਆਂ ਨੇ, ਵੀ ਸਾਡੇ ਨਗਰ ਦਾ ਇੱਕ ਰਾਜਾ ਧਰਮੀ ਹੈ, ਇਸ ਤਰ੍ਹਾਂ ਬਿਮਾਰ ਹੈ। ਵੈਦਾਂ ਨੇ ਹਕੀਮਾਂ ਨੇ ਜਵਾਬ ਦੇ ਦਿੱਤਾ ਦਵਾਈ ਬੂਟੀ ਹੁਣ ਕੋਈ ਨਹੀਂ ਲੱਗਦੀ ਹੈ। ਉਹ ਪਰਜਾ ਪਾਲਕ, ਆਪ ਕਿਰਪਾ ਕਰ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਸਨ, ਇੱਕ ਤਾਂ ਉਹ ਰਾਜੇ ਦਾ ਰੋਗ ਦੂਰ ਕਰਨਾ ਸੀ, ਇੱਕ ਜਿਹੜਾ ਉਸ ਨਗਰ ਦੇ ਵਿੱਚ ਪਖੰਡਵਾਰ ਚੱਲ ਰਿਹਾ ਸੀ, ਘਰ ਘਰ ਹੀ ਹਾਰੀ ਕੀ ਬ੍ਰਹਮ ਗਿਆਨੀ ਬਣਿਆ ਬੈਠਾ ਸੀ, ਉਹਦਾ ਭਾਂਡਾ ਭੰਨਣਾ ਸੀ। ਜਿਸ ਤਰ੍ਹਾਂ ਹੁਣ ਇੱਟ ਪੁੱਟੀ ਦੇ ਬਹੁਤ ਨਿਕਲਦੇ ਹਨ, ਦੇਖੋ ਵੀ ਇੱਥੇ ਵੀ ਸਾਧ ਬੈਠਾ, ਇੱਥੇ ਵੀ ਬਾਬਾ ਬੈਠਾ, ਇੱਧਰੋਂ ਗੱਡੀ ਉਹ ਵੀ ਸਾਰੇ। ਸੋ ਇਸ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਉਸ ਨਗਰ ਵਿੱਚ ਗਏ, ਕਿਉਂ ਪਖੰਡ ਦੂਰ ਕਰਦੇ ਸਨ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਰੋਗ ਤਾਂ ਠੀਕ ਹੋ ਜਾਵੇਗਾ, ਇੱਕ ਖਾਸ ਕਿਸਮ ਦਾ ਤੇਲ ਉਸ ਰਾਜੇ ਦੀ ਮਾਲਿਸ਼ ਵਾਸਤੇ ਚਾਹੀਦਾ। ਕਹਿੰਦੇ ਦੱਸੋ ਜੀ, ਅਸੀਂ ਤਾਂ ਬਹੁਤ ਸਾਰੀ ਦੌਲਤ ਰਾਜੇ ਦੇ ਉੱਤੇ ਵੀ ਲਾ ਦਿਆਂਗੇ। ਕਹਿੰਦੇ ਇੱਕ ਬ੍ਰਹਮ ਗਿਆਨੀ ਦੇ ਸਰੀਰ ਦਾ ਤੇਲ ਚਾਹੀਦਾ। ਜਦੋਂ ਇਹ ਗੱਲ ਕਹੀ, ਹੁਣ ਉਹਨਾਂ ਨੂੰ ਪਤਾ ਨਹੀਂ ਸੀ, ਉਹ ਸਨ ਅਗਿਆਨੀ, ਕਿਉਂਕਿ ਜਿੰਨਾ ਚਿਰ ਕੋਈ ਗਿਆਨੀ ਨਾ ਹੋਵੇ, ਗਿਆਨ ਨਾ ਹੋਵੇ, ਅਗਿਆਨੀ ਦਾ ਪਤਾ ਨਹੀਂ ਲੱਗਦਾ। ਕੋਈ ਪੜ੍ਹਿਆ ਨਾ ਹੋਵੇ, ਅਨਪੜ੍ਹੇ ਦਾ ਪਤਾ ਨਹੀਂ ਲੱਗਦਾ, ਦੁਖੀ ਨਾ ਹੋਵੇ, ਸੁਖੀ ਦਾ ਨਹੀਂ ਪਤਾ ਲੱਗਦਾ। ਇਹ ਦਵੰਦ ਪਦ ਹੈ। ਸੋ ਇਸ ਕਰਕੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਕਹਿਣ ਲੱਗੇ ਜੀ ਇਹ ਕੋਈ ਖਾਸ ਗੱਲ ਨਹੀਂ, ਵੱਡੀ ਨਹੀਂ, ਇੱਥੇ ਤਾਂ ਤੁਸੀਂ ਜਿਹੜਾ ਕਹੋ, ਜਿੰਨਿਆਂ ਦਾ ਕਹੋ ਉਨਿਆਂ ਦਾ ਹੀ ਕੱਢ ਦਾਂਗੇ ਆਪਾਂ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਬਹੁਤਿਆਂ ਦਾ ਨਹੀਂ, ਇੱਕ ਦਾ ਹੀ ਚਾਹੀਦਾ, ਸਵੇਰੇ ਕਰ ਲਓ ਪ੍ਰਬੰਧ, ਜੇ ਆਪਾਂ ਰਾਜੇ ਨੂੰ ਠੀਕ ਕਰ ਦਿਆਂਗੇ। ਸਾਰੀ ਹੀ ਖਲਕਤ ਪਿੰਡ ਦੀ ਉੱਥੇ ਮੁਨਿਆਦੀ ਕਰਾ ਦਿੱਤੀ, ਢੋਲ ਵਜਾ ਕੇ ਪਿੰਡ ਵਾਲਿਆਂ ਨੇ, ਵੀ ਰਾਜੇ ਨੂੰ ਸਵੇਰੇ ਠੀਕ ਕਰਨਾ, ਆ ਜਿਓ। ਇੱਕ ਬ੍ਰਹਮ ਗਿਆਨੀ ਦਾ ਤੇਲ ਚਾਹੀਦਾ, ਇੱਕ ਘੜੌਂਜੀ ਜੀ ਗੱਡ ਦਿੱਤੀ ਵੀ ਇਹ ਇੱਕ ਕੋਲੂ ਵਾਂਗੂ ਪੀੜ ਕੇ ਵਿੱਚ ਤੇਲ ਕੱਢਿਆ ਜਾਵੇਗਾ,
ਆਓ ਕੋਈ ਬ੍ਰਹਮ ਗਿਆਨੀ ਅੱਗੇ, ਉਹਦਾ ਤੇਲ ਕੱਢ ਕੇ ਰਾਜੇ ਦੀ ਮਾਲਿਸ਼ ਹੋਵੇਗੀ ਤੇ ਰਾਜਾ ਆਪਣਾ ਠੀਕ ਹੋ ਜਾਵੇਗਾ। ਹੁਣ ਆਵੇਗਾ ਤਾਂ ਉਹੀ ਜਿਹਨੇ ਕੋਈ ਸਤਿਗੁਰਾਂ ਦੇ ਬਚਨ ਨੂੰ ਕਮਾਇਆ ਹੋਵੇਗਾ, ਉਹੀ ਉਧਾਰ ਕਰੇਗਾ ਨਾ। ਸੁਣ ਤੋ ਕਮਾਵਤ ਹੋ ਤੋ ਉਧਾਰ, ਆਪ ਤਰੈ ਲੋਕੈ ਨਿਸਥਾਰ। ਜਿਹੜਾ ਮੌਤ ਦੀ ਫਿਲਾਸਫੀ ਤੋਂ ਅੱਗੇ ਲੰਘ ਚੁੱਕਿਆ ਹੋਵੇਗਾ। ਇਸ ਤਰ੍ਹਾਂ ਹੁਣ ਵਿਚਾਰ ਹੋ ਗਿਆ, ਸਮਾਂ ਆ ਗਿਆ। ਸਤਿਗੁਰੂ ਜੀ ਵੀ ਉੱਥੇ ਨਿਯਤ ਸਮੇਂ ਤੇ ਪਹੁੰਚ ਗਏ। ਪਤਵੰਤੇ ਸੱਜਣ ਬੈਠੇ ਨੇ, ਕਹਿਣ ਲੱਗੇ ਭਾਈ ਆ ਗਏ ਬ੍ਰਹਮ ਗਿਆਨੀ, ਤੁਹਾਡਾ ਆ ਗਿਆ ਜੀ, ਮਨਿਆਦੀ ਤਾਂ ਕਰਾਈ ਆ। ਕਹਿੰਦੇ ਆਇਆ ਕੋਈ ਵੀ ਨਹੀਂ। ਸਾਰੀ ਹੁਣ ਖਲਕਤ ਪਿੰਡ ਦੀ ਵੀ ਖੜੀ ਆ, ਅੱਗੇ ਕੋਈ ਨਹੀਂ ਆ ਰਿਹਾ। ਸਤਿਗੁਰੂ ਜੀ ਕਹਿਣ ਲੱਗੇ ਭਾਈ ਤੁਸੀਂ ਤਾਂ ਕਹਿ ਰਹੇ ਸੀ ਇਹ ਸਾਰਾ ਨਗਰੀ ਬ੍ਰਹਮ ਗਿਆਨੀਆਂ ਦਾ, ਇੱਕੋ ਹੀ ਚਾਹੀਦਾ, ਕੋਈ ਵੀ ਨਹੀਂ ਅੱਗੇ ਆਉਂਦਾ। ਜੇ ਕੋਈ ਹੋਵੇ ਤਾਂ ਅਸਲ ਮਹਿਨਿਆਂ ਵਿੱਚ ਇਹੋ ਜਿਹੇ ਲੱਛਣ ਹੋਣ ਜਿਹਦੇ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ 8ਵੀਂ ਅਸ਼ਟਪਦੀ ਵਿੱਚ ਦੱਸੇ ਹਨ। ਮਨ ਸਾਚਾ ਮੁਖ ਸਾਚਾ ਸੋਏ, ਅਵਰਣਾ ਪੇਖ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਫਿਰ ਤਾਂ ਕੋਈ ਅੱਗੇ ਆਵੇ। ਥੋੜ੍ਹੀਆਂ ਘੜੀਆਂ ਸਮਾਂ ਬੀਤਿਆ। ਇੱਕ ਮਧਰਾ ਜਿਹਾ ਕੱਦ ਹੈ, ਕੁਛ ਮੈਲੇ ਕਚਾਲੇ ਕੱਪੜੇ ਨੇ, ਗਲ ਵਿੱਚ ਪੱਲੂ ਪਾਇਆ ਹੋਇਆ, ਚਿਹਰਾ ਦਗਦਾ ਕਰਦਾ ਹੈ। ਸੰਗਤ ਦੇ ਵਿੱਚੋਂ ਜਿਹੜੀ ਖਲਕਤ ਖੜੀ ਸੀ ਸਾਰੇ ਪਿੰਡ ਦੀ, ਅੱਗੇ ਵਧਿਆ ਆਉਂਦਾ, ਹੱਥ ਜੋੜੇ ਸਤਿਗੁਰਾਂ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ। ਮਹਾਰਾਜ ਇਹ ਦੇਖ ਲਓ, ਜੇ ਸਰੀਰ ਕਿਸੇ ਮੇਰੇ ਨਿਮਾਣੇ ਦਾ ਸਰੀਰ ਜਿਹੜਾ ਹੈ ਕਿਸੇ ਦੀ ਜ਼ਿੰਦਗੀ ਦੇ ਕੰਮ ਆ ਸਕਦਾ। ਸਤਿਗੁਰੂ ਜੀ ਕਹਿਣ ਲੱਗੇ ਤੂੰ ਬ੍ਰਹਮ ਗਿਆਨੀ ਹੈ? ਕਹਿੰਦੇ ਜੀ ਬ੍ਰਹਮ ਗਿਆਨੀ ਤਾਂ ਨਹੀਂ ਮੈਂ ਹੈਗਾ, ਮੈਂ ਤਾਂ ਗੁਰੂ ਦੇ ਦਰ ਦੇ, ਉਹਦੇ ਪ੍ਰਮਾਤਮਾ ਦੇ ਦਰ ਦਾ ਕੂਕਰ ਹਾਂ। ਬਣ ਗਈ ਗੱਲ, ਉਹਦੇ ਦਰ ਦਾ ਮੈਂ ਕੂਕਰ ਹਾਂ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਉਹਦੇ 'ਚ ਭੇਦ ਹੋ ਜਾਂਦੇ ਨੇ। ਫਰੀਦਾ ਸਾਬਰ ਅੰਦਰ ਸਾਬਰੀ ਤਾਨੇ ਵੇ ਜਲੇਨ, ਹੁਣ ਨ ਜੀ ਕੋ ਖੁਦਾਏ ਕੇ ਭੇਦ ਨਾ ਕਿਸੈ। ਉਹ ਤਾਂ ਦੱਸਦੇ ਨਹੀਂ ਹੁੰਦੇ ਕਿ ਅਸੀਂ ਰੱਬ ਦਾ ਸਰੂਪ ਕਿਉਂ। ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਜਿੰਨਾ ਨਾ ਵਿਸਰੈ ਨਾਮ ਸੇਕ ਨਿਹਿਆ, ਭੇਦ ਨਾ ਜਾਣੋ ਮੋਲ ਸਾਈਂ ਜਿਹਾ। ਜਿਹੜੇ ਉਹਦੇ ਵਿੱਚ ਭੇਦ ਹੋ ਗਏ ਉਹ ਤਾਂ ਆਪਣਾ ਆਪਾ ਜਣਾਉਂਦੇ ਨਹੀਂ ਹਨ, ਉਹ ਤਾਂ ਛੁਪ ਕੇ ਰਹਿੰਦੇ ਨੇ। ਤਦੇ ਬਾਣੀ ਇਉਂ ਦੱਸ ਰਹੀ ਹੈ, ਉਹ ਤਾਂ ਭੇਦ ਨਾ ਕਿਸੇ ਨੂੰ ਵੀ ਦੱਸਦੇ, ਵਸਦੇ ਨਜ਼ੀਕ ਰੱਬ ਦੇ। ਉਹਦਾ ਭੇਦ ਨਾ ਕਿਸੇ ਨੂੰ ਨਾ ਵਸਦੇ ਨਜ਼ੀਕ ਰੱਬ ਦੇ। ਮੇਰੇ ਪਿਆਰੇ ਵਸਦੇ ਨਜ਼ੀਕ ਰੱਬ। ਭੇਦ ਨਾ ਕਿਸੇ ਨੂੰ ਦੱਸਦੇ, ਕਿਸੇ ਨੂੰ ਨਾ ਕਿਸੇ ਨੂੰ ਵੀ ਦੱਸਦੇ, ਵਸਦੇ ਨਜ਼ੀਕ ਰੱਬ ਦੇ। ਉਹਦਾ ਭੇਦ ਨਾ ਕਿਸੇ ਨੂੰ ਵੀ, ਵਸਦੇ ਨਜ਼ੀਕ ਰੱਬ ਦੇ। ਉਹ ਰੱਬ ਦੇ ਪਿਆਰੇ ਫਿਰ ਦੱਸਦੇ ਨਹੀਂ ਹੁੰਦੇ। ਜਿਸ ਤਰ੍ਹਾਂ ਇੱਕ ਨਮਕ ਦੀ ਡਲੀ ਹੈ, ਸਮੁੰਦਰ ਦਾ ਅੰਤ ਲੈਣ ਵਾਸਤੇ ਗਈ, ਉਹਦੇ ਵਿੱਚ ਹੀ ਘੁਲ ਮਿਲ ਗਈ। ਹੁਣ ਉੱਥੇ ਕੀ ਹੈ, ਨਮਕ ਦੀ ਡਲੀ ਤਾਂ ਹੈ ਹੀ ਨਹੀਂ।